ਗੁਰੂ ਪਿਆਰਿਓ, ਆਓ ਸਭ ਤੋਂ ਪਹਿਲਾਂ ਬੜੇ ਹੀ ਅਦਬ ਸਤਿਕਾਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਕੋਈ ਰਸਨਾ ਖਾਲੀ ਨਾ ਰਹੇ। ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਣਾ ਵਿਸ਼ਾ ਹੈ ਰੋਜ਼ਾਨਾ ਜੀਵਨ ਵਿੱਚ ਮੂਲ ਮੰਤਰ ਦਾ ਜਾਪ ਤੇ ਸਿਮਰਨ ਕਿਵੇਂ ਕਰੀਏ। ਗੁਰਬਾਣੀ ਸਾਨੂੰ ਆਮ ਮਨੁੱਖ ਤੋਂ ਪਰਮ ਮਨੁੱਖ, ਸਚਿਆਰ ਮਨੁੱਖ ਬਣਨ ਦੀ ਪ੍ਰੇਰਨਾ ਦਿੰਦੀ ਹੈ। ਇੱਕ ਮੌਕਾ ਪ੍ਰਦਾਨ ਕਰਦੀ ਹੈ, ਇੱਕ ਅਪਰਚੁਨਿਟੀ ਦਿੰਦੀ ਹੈ ਕਿ ਕਿਵੇਂ ਅਸੀਂ ਰੱਬ ਜਾਂ ਰੱਬ ਵਰਗੇ ਬਣ ਸਕਦੇ ਹਾਂ। ਅਕਾਲ ਪੁਰਖ ਸਾਰੀ ਸ੍ਰਿਸ਼ਟੀ ਵਿੱਚ ਇੱਕ ਰਸ ਸਮਾਇਆ ਹੋਇਆ ਹੈ, ਮਨੁੱਖ ਅੰਦਰ ਵੀ ਉਹ ਵਸਦਾ ਹੈ। ਇਸ ਲਈ ਮੂਲ ਮੰਤਰ ਜੋ ਕਿ ਅਕਾਲ ਪੁਰਖ ਦੇ 12 ਗੁਣਾਂ ਦਾ ਸਮੂਹ ਹੈ, ਉਹ ਵੀ ਸਾਡੇ ਅੰਦਰ ਹੈ। ਮਤਲਬ ਇਹ ਹੋਇਆ ਕਿ ਇਹ ਜੇ 12 ਗੁਣ ਨੇ ਅਕਾਲ ਪੁਰਖ ਦੇ, ਉਹ ਵੀ ਸਾਡੇ ਅੰਦਰ ਸਮਾਏ ਹੋਏ ਹਨ। ਅੱਜ ਆਪਾਂ ਇਹ ਵਿਚਾਰ ਕਰਨ ਦਾ ਯਤਨ ਕਰਦੇ ਹਾਂ ਕਿ ਇਹਨਾਂ 12 ਗੁਣਾਂ ਨੂੰ ਆਪਣੇ ਅੰਦਰੋਂ ਕਿਵੇਂ ਪ੍ਰਗਟ ਕਰੀਏ ਅਤੇ ਫਿਰ ਉਹਨਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਪ੍ਰਯੋਗ ਕਰਨ ਦਾ ਅਭਿਆਸ ਕਰੀਏ ਅਤੇ ਆਪਣਾ ਜਿਹੜਾ ਜ਼ਿੰਦਗੀ ਦਾ ਮਕਸਦ ਹੈਗਾ, ਜੋ ਜਪਜੀ ਸਾਹਿਬ ਦੇ ਵਿੱਚ ਸਾਨੂੰ ਦਿੱਤਾ ਗਿਆ ਕਿ ਸਚਿਆਰ ਬਣਨ ਦਾ, ਉਸ ਨੂੰ ਪ੍ਰਾਪਤ ਕਰਨ ਦਾ ਯਤਨ ਕਰੀਏ। ਪਹਿਲਾਂ ਆਪਾਂ ਮੂਲ ਮੰਤਰ ਦਾ ਪਾਠ ਕਰ ਲੈਂਦੇ ਹਾਂ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪਹਿਲਾ ਸ਼ਬਦ ਹੈ ਇੱਕ ਓਂਕਾਰ। ਇੱਕ ਓਂਕਾਰ, ਇਸ ਵਿੱਚ ਪੰਜ ਅੱਖਰ ਹਨ। ਇੱਕ ਜਿਹੜਾ ਡਿਜਿਟ ਆਪਾਂ ਇੱਕ ਗਿਣਦੇ, ਫਿਰ ਊੜਾ, ਫਿਰ ਊੜੇ ਨੂੰ ਹੋੜਾ, ਟਿੱਪੀ ਤੇ ਕਾਰ। ਜਦੋਂ ਮੈਂ ਇੱਕ ਗੁਰਮਤਿ ਕਲਾਸ ਵਿੱਚ ਸਰੋਤਿਆਂ ਨੂੰ ਬੋਰਡ ਉੱਪਰ ਇੱਕ ਲਿਖ ਕੇ ਪੁੱਛਿਆ ਕਿ ਇਸ ਨੂੰ ਦੇਖਦੇ ਸਾਰ ਤੁਹਾਡੇ ਅੰਦਰ ਪਹਿਲਾ ਖਿਆਲ ਕੀ ਉਤਪੰਨ ਹੁੰਦਾ ਹੈ, ਤਾਂ ਉਹਨਾਂ ਦੇ ਜਵਾਬ ਬੜੇ ਰੋਚਕ ਸਨ। ਉਹਨਾਂ ਵਿੱਚੋਂ ਕੁਝ ਇੱਕ ਦੀ ਵੰਨਗੀ ਇੱਥੇ ਦੇ ਰਹੇ ਹਾਂ। ਇੱਕ ਜਵਾਬ ਸੀ ਕਿ ਇੱਕ ਡਿਜਿਟ ਹੈ ਗਿਣਤੀ ਵਾਲਾ। ਦੂਸਰੇ ਦਾ ਜਵਾਬ ਸੀ ਕਿ ਪ੍ਰਭੂ ਇੱਕ ਹੈ, 2 ਜਾਂ 4 ਨਹੀਂ। ਇੱਕ ਹੋਰ ਦਾ ਜਵਾਬ ਸੀ ਕਿ ਇਸ ਵਰਗਾ ਹੋਰ ਕੋਈ ਹੁੰਦਾ ਨਹੀਂ। ਇੱਕ ਜਵਾਬ ਸੀ ਕਿ ਅਸੀਂ ਸਾਰੇ ਇੱਕ ਹਾਂ। ਇੱਕ ਜਵਾਬ ਸੀ ਵੀ ਆਰ ਵਨ, ਵੀ ਆਰ ਯੂਨਾਈਟਿਡ ਐਂਡ ਕਨੈਕਟਡ। ਇੱਕ ਆਨਸਰ ਸੀਗਾ ਕਿ ਇੱਕ ਹੋਣਾ, ਇਕੱਠੇ ਹੋਣਾ, ਏਕਤਾ ਕਰਨੀ। ਇੱਕ ਨੇ ਦੱਸਿਆ ਕਿ ਇੱਕ ਦਾ ਮਤਲਬ ਹੈ ਏਕਾ, ਯੂਨਿਟੀ। ਇਹ ਜਿਹੜਾ ਏਕਾ ਵਾ, ਇੱਕ ਓਂਕਾਰ ਦੇ ਮੂਹਰੇ ਲੱਗਿਆ, ਇਹ ਏਕਾ ਹੀ ਏਕਾ ਕਰਵਾ ਸਕਦਾ ਹੈ। ਸਿਰਫ ਇੱਕ ਨੂੰ, ਜਾਣੀ ਅਕਾਲ ਪੁਰਖ ਨੂੰ ਹੀ ਅਸੀਂ ਮੰਨਣਾ ਹੈ। ਇੱਕ ਦਾ ਜਵਾਬ ਸੀ ਕਿ ਸ੍ਰਿਸ਼ਟੀ ਦਾ ਰਚਣਹਾਰ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਹੈ, ਹੋਰ ਕੋਈ ਨਹੀਂ। ਫਿਰ ਇੱਕ ਜਵਾਬ ਸੀ ਸੰਸਾਰ ਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ, ਮਾਰਨ ਵਾਲਾ ਸਿਰਫ ਇੱਕ ਅਕਾਲ ਪੁਰਖ ਹੀ ਹੈ, ਹੋਰ ਕੋਈ ਨਹੀਂ। ਇੱਕ ਜਵਾਬ ਸੀਗਾ ਕਿ ਇੱਕ ਵਿਲੱਖਣ ਹੈ, ਯੂਨੀਕ ਹੈ। ਸਿੱਖਾਂ ਵਿੱਚ ਵੀ ਇਹ ਵਿਲੱਖਣਤਾ ਦਾ ਗੁਣ ਹੈ। ਇੱਕ ਜਵਾਬ ਸੀਗਾ ਕਿ ਇੱਕੋ ਪ੍ਰਭੂ ਨੂੰ ਮੰਨਣਾ, ਉਸ ਉੱਪਰ ਭਰੋਸਾ ਰੱਖਣਾ, ਉਸ ਵਿੱਚ ਸ਼ਰਧਾ ਤੇ ਪ੍ਰੇਮ ਰੱਖਣੀ, ਹੋਰ ਕਿਸੇ ਵਿੱਚ ਨਹੀਂ। ਇੱਕ ਆਨਸਰ ਸੀ ਕਿ ਇੱਕ ਦਾ ਕੋਈ ਅੰਤ ਨਹੀਂ ਹੈ, ਇੱਕ ਬੇਅੰਤ ਹੈ। ਇਹ ਪ੍ਰਭੂ ਦੀ ਬੇਅੰਤਤਾ ਦਰਸਾਉਂਦਾ, ਇਨਫਿਨਿਟਨੈਸ। ਇਸ ਇੱਕ ਦਾ ਪਸਾਰਾ ਵੀ ਬੇਅੰਤ ਹੈ, ਜਿਹੜੀ ਦੀ ਐਕਸਪੈਂਸ਼ਨ ਹੈ ਇੱਕ ਦੀ, ਉਹ ਵੀ ਬੇਅੰਤ ਹੈ। ਫਿਰ ਇੱਕ ਆਨਸਰ ਸੀਗਾ ਕਿ ਇੱਕ ਵਿਲੱਖਣ ਹੈ, ਅਦੁੱਤੀ ਹੈ, ਯੂਨੀਕ ਹੈ, ਇਸ ਵਰਗਾ ਹੋਰ ਕੋਈ ਨਹੀਂ। ਇਸ ਲਈ ਸਿੱਖ ਵੀ ਆਪਣੀ ਵਿਲੱਖਣਤਾ ਕਾਇਮ ਰੱਖੇ। ਭੇਡਾਂ ਵਾਂਗ
ਪਿੱਛੇ ਲੱਗ ਤੁਰਨ ਦੀ ਬਿਰਤੀ ਛੱਡ ਕੇ ਸ਼ੇਰ ਵਾਂਗ ਆਪਣਾ ਵੱਖਰਾਪਣ ਨਿਆਰਾਪਣ ਕਾਇਮ ਰੱਖੇ। ਸਿੱਖ ਵੀ ਵਿਲੱਖਣ ਹੁੰਦਾ ਹੈ। ਸਿੱਖ ਸਿਰਫ ਤੇ ਸਿਰਫ ਸਿੱਖ ਹੁੰਦਾ ਹੈ, ਹੋਰ ਕੁਝ ਨਹੀਂ। ਸਿੱਖ ਬ੍ਰਾਹਮਣ, ਹਿੰਦੂ ਜਾਂ ਸਨਾਤਨੀ ਬਣਨ ਦਾ ਯਤਨ ਨਾ ਕਰੇ। ਇੱਕ ਸੀਗਾ ਜਵਾਬ ਕਿ ਉਹ ਹਰ ਬੰਦਾ ਸਿੱਖ ਹੈ ਜੋ ਸਿਰਫ ਇੱਕ ਉੱਪਰ ਭਰੋਸਾ ਰੱਖਦਾ ਹੈ। ਫਿਰ ਇੱਕ ਸੀਗਾ ਕਿ ਇੱਕ ਦੇ ਖੱਬੇ ਪਾਸੇ ਜਿੰਨੀਆਂ ਮਰਜ਼ੀ ਸਿਫਰਾਂ ਲਗਾਓ, ਇੱਕ ਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਸਿਫਰ ਦਾ ਮਤਲਬ ਹੁੰਦਾ ਜ਼ੀਰੋ, ਮਤਲਬ ਕੁਝ ਵੀ ਨਹੀਂ, ਮਤਲਬ ਵਿਅਰਥਤਾ ਜਾਂ ਨਕਾਰਾਪਣ। ਹੁਣ ਖੱਬੇ ਪਾਸੇ ਸਿਫਰਾਂ ਲੱਗਣ ਨਾਲ ਇੱਕ ਆਪਣੀ ਹੋਂਦ ਨਹੀਂ ਗਾਉਂਦਾ, ਆਪਣੀ ਹੋਂਦ ਬਰਕਰਾਰ ਰੱਖਦਾ। ਜਿੰਨੀਆਂ ਮਰਜ਼ੀ ਸਿਫਰਾਂ ਖੱਬੇ ਪਾਸੇ ਲੱਗ ਜਾਣ ਉਹਦੇ, ਜਾਣੀ ਕਹਿਣ ਦਾ ਮਤਲਬ ਜਿੰਨਾ ਮਰਜ਼ੀ ਨਕਾਰਾਪਣ, ਨਕਾਰਤਾ, ਵਿਅਰਥਤਾ ਉਹਦੇ ਨਾਲ ਚਿੰਬੜ ਜੇ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਇਸ ਤਰ੍ਹਾਂ ਇੱਕ ਆਪਣੀ ਵੱਖਰੀ ਨਿਰਾਲੀ ਹੋਂਦ ਕਾਇਮ ਰੱਖਦਾ। ਇਸ ਦੇ ਉਲਟ ਜੇ ਸਿਫਰ ਇੱਕ ਦੇ ਸੱਜੇ ਪਾਸੇ ਲਗਾਓ ਤਾਂ ਕੀ ਹੁੰਦਾ? ਹੁਣ ਜਦੋਂ ਸਿਫਰ ਇੱਕ ਦੇ ਸੱਜੇ ਪਾਸੇ ਜੁੜਦੀ ਹੈ ਤਾਂ ਸਿਫਰ ਸਿਫਰ ਨਹੀਂ ਰਹਿੰਦੀ, ਉਸ ਦੀ ਕੀਮਤ ਵੱਧ ਜਾਂਦੀ ਹੈ। ਜਾਣੀ ਸਿਫਰ ਫਿਰ ਸਿਫਰ ਨਹੀਂ ਰਹਿੰਦੀ, ਸਗੋਂ 10 ਗੁਣਾ ਜਾਂ 100 ਗੁਣਾ ਵੱਧ ਹੋ ਜਾਂਦੀ ਹੈ। ਹੁਣ ਸੱਜੇ ਪਾਸੇ ਲੱਗ ਕੇ ਸਿਫਰ ਨੇ ਆਪਣੀ ਹੋਂਦ ਗਵਾ ਲਈ, ਉਹ ਸਿਫਰ ਨਹੀਂ ਰਹੀ, ਉਹ 10 ਜਾਂ 100 ਹੋ ਗਈ, ਉਸ ਇੱਕ ਵਿੱਚ ਸਮਾ ਗਈ ਅਤੇ ਉਸ ਇੱਕ ਨਾਲ ਇੱਕ ਮਿਕ ਹੋ ਗਈ। ਇਹ ਏਕੇ ਦੀ ਬੇਅੰਤਤਾ ਦਾ ਗੁਣ ਹੈ। ਇੱਕ ਵਿੱਚ ਇਸ ਏਕਤਾ ਅਤੇ ਬੇਅੰਤਤਾ ਬਰਕਰਾਰ ਰਹਿੰਦੀ ਹੈ। ਅਸੀਂ ਇਸ ਇੱਕ ਵਿੱਚ ਮਿਲ ਕੇ ਬੇਅੰਤ ਹੋ ਸਕਦੇ ਹਾਂ। ਮੇਰੇ ਖਿਆਲ ਵਿੱਚ ਉੱਪਰ ਦਿੱਤੀਆਂ ਵੰਨਗੀਆਂ ਤੁਹਾਨੂੰ ਇੱਕ ਏਕੇ ਦਾ ਮਤਲਬ ਸਪਸ਼ਟ ਕਰ ਦਿੱਤਾ ਹੋਵੇਗਾ। ਉੱਪਰ ਵਾਲੀਆਂ ਦਿੱਤੀਆਂ ਵੰਨਗੀਆਂ ਤੋਂ ਏਕੇ ਦਾ ਮਤਲਬ ਹੁਣ ਸਪਸ਼ਟ ਹੋ ਗਿਆ ਹੋਵੇਗਾ। ਇੱਕ ਹੋਰ ਰੌਚਕ ਸਵਾਲ, ਕਿਸੇ ਵੀਰ ਨੇ ਪੁੱਛਿਆ ਕਿ ਅਸੀਂ ਕਹਿੰਦੇ ਹਾਂ ਅਕਾਲ ਪੁਰਖ ਇੱਕ ਹੈ, 2 ਜਾਂ 4 ਨਹੀਂ, ਪਰ ਸੂਰਜ ਵੀ ਤਾਂ ਇੱਕ ਹੀ ਹੈ, ਉਸ ਨੂੰ ਰੱਬ ਕਿਉਂ ਨਹੀਂ ਮੰਨ ਲੈਂਦੇ? ਬੜਾ ਰੌਚਕ ਸਵਾਲ ਹੈ। ਇਸ ਦਾ ਜਵਾਬ ਤਾਂ ਗੁਰਬਾਣੀ ਵਿੱਚ ਜਪਜੀ ਸਾਹਿਬ ਵਿੱਚੋਂ ਮਿਲਦਾ ਹੈ। ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ। ਗੁਰਬਾਣੀ ਅਨੁਸਾਰ ਸੂਰਜ ਇੱਕ ਨਹੀਂ ਹੈ, ਅਨੇਕਾਂ ਹੀ ਹੋਰ ਸੌਰ ਮੰਡਲ ਹਨ, ਧਰਤੀਆਂ ਅਤੇ ਆਕਾਸ਼ ਹਨ। ਸਿਰਫ ਅਕਾਲ ਪੁਰਖ ਹੀ ਇੱਕ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ। ਉਹ ਅਦੁੱਤੀ ਹੈ, ਉਸ ਨੇ ਹੀ ਇਸ ਸੰਸਾਰ ਦੀ ਰਚਨਾ ਕੀਤੀ ਹੈ। ਇਹ ਕੁਦਰਤ ਸਾਜੀ ਹੈ, ਪੈਦਾ ਕੀਤੀ ਹੈ। ਇਸ ਵਿੱਚ ਮਨੁੱਖ ਹੀ ਇੱਕ ਅਜਿਹਾ ਜੀਵ ਹੈ ਜੋ ਰੱਬ ਵਰਗਾ ਹੈ, ਰੱਬ ਬਣ ਸਕਦਾ ਹੈ, ਜਿਸ ਵਿੱਚ ਰੱਬ ਵਾਲੇ ਸਾਰੇ ਗੁਣ ਮੌਜੂਦ ਹਨ। ਪਰ ਉਹਨਾਂ ਨੂੰ ਪ੍ਰਗਟ ਕਰਨ ਲਈ ਇੱਕ ਨਿਯਮ ਹੈ, ਜਿਸ ਨਿਯਮ ਅਨੁਸਾਰ ਚੱਲ ਕੇ ਮਨੁੱਖ ਕੋਲ ਰੱਬ ਜਾਂ ਰੱਬ ਬਣਨ ਦਾ ਅਵਸਰ ਹੈ, ਅਪਰਚੁਨਿਟੀ ਹੈ, ਮੌਕਾ। ਕੋਈ ਮਨੁੱਖ ਦੂਜੇ ਮਨੁੱਖ ਨਾਲ ਨਹੀਂ ਮਿਲਦਾ, ਹਰ ਮਨੁੱਖ ਦੂਜੇ ਤੋਂ ਭਿੰਨ ਹੈ। ਇਹ ਵੀ ਪ੍ਰਭੂ ਦੀ ਵਿਚਿੱਤਰ ਰਚਨਾ ਹੈ। ਲੱਖਾਂ ਕਰੋੜਾਂ ਦੀ ਆਬਾਦੀ ਵਿੱਚ ਕੋਈ ਕਿਸੇ ਨਾਲ ਨਹੀਂ ਮਿਲਦਾ, ਹਰ ਇੱਕ ਦਾ DNA ਡਿਫਰੈਂਟ ਹੈ, ਭਿੰਨ ਹੈ। ਆ ਜੋ ਪ੍ਰਭਦੀਪ ਮੇਰੇ ਸਾਹਮਣੇ ਬੈਠੀ ਹੈ, ਇਹ ਸਿਰਫ ਇਹੋ ਹੀ ਹੈ, ਹੋਰ ਕੋਈ ਇਸ ਵਰਗੀ ਨਹੀਂ ਹੋ ਸਕਦੀ। ਨਾਮ ਦੀਆਂ ਪ੍ਰਭਦੀਪ ਕਈ ਹੋ ਸਕਦੀਆਂ ਹਨ, ਪਰ ਹਰ ਇੱਕ ਦੂਜੀ ਤੋਂ ਭਿੰਨ ਹੈ। ਇਹ ਮਨੁੱਖ ਵਿੱਚ ਪ੍ਰਭੂ ਦੀ ਵਿਲੱਖਣਤਾ ਵਾਲਾ ਗੁਣ ਹੈ। ਇੱਕ ਦੇ ਸੰਬੰਧ ਵਿੱਚ ਕੁਝ ਪ੍ਰੈਕਟੀਕਲ ਗੱਲਾਂ ਵੇਖਣ ਨੂੰ ਮਿਲੀਆਂ। ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਬੱਚੇ ਹੁਣ ਜਦੋਂ ਕਿਤੇ ਖੇਡਦੇ ਲੜ ਪੈਣ ਤਾਂ ਕੋਈ ਇੱਕ ਦੂਜਾ ਬੱਚਾ ਉਸ ਨੂੰ ਇੱਕ ਕਹਿ ਕੇ ਆਵਾਜ਼ ਮਾਰਦਾ ਹੈ, ਜਿਸ ਨਾਲ ਉਹਨਾਂ ਨੂੰ ਯਾਦ ਆ ਜਾਂਦਾ ਕਿ ਅਸੀਂ ਇੱਕ ਹਾਂ। ਇਸ ਤਰ੍ਹਾਂ ਉਹਨਾਂ ਦੀ ਲੜਾਈ ਮੁੱਕ ਜਾਂਦੀ ਹੈ। ਇਸ ਤਰ੍ਹਾਂ ਹੀ ਜਦੋਂ ਘਰਾਂ ਵਿੱਚ ਪਤੀ ਪਤਨੀ, ਭੈਣ ਭਰਾ, ਮਾਤਾ ਪਿਤਾ ਜਾਂ ਬੱਚਿਆਂ ਦਾ ਆਪਸ ਵਿੱਚ ਕੋਈ ਤਕਰਾਰ ਹੋ ਜਾਂਦਾ ਤਾਂ ਦੂਜਾ ਕੋਈ ਮੈਂਬਰ ਇੱਕ ਬੋਲ ਕੇ ਯਾਦ ਕਰਵਾ ਦਿੰਦਾ ਕਿ ਅਸੀਂ ਇੱਕ ਹਾਂ। ਇੱਕ ਵਾਰ ਇੱਕ ਬੱਚਾ ਇੱਕ ਸੁੰਦਰ ਸਕੈਚ ਬਣਾ ਕੇ ਲਿਆਇਆ, ਜਿਸ ਵਿੱਚ ਉਸਨੇ ਕੇਂਦਰ ਵਿੱਚ ਇੱਕ ਲਿਖਿਆ ਸੀ
ਤੇ ਉਸ ਦੇ ਦੁਆਲੇ ਗੋਲ ਚੱਕਰ ਬਣਾ ਕੇ ਉਸ ਵਿੱਚੋਂ ਕਿਰਨਾਂ ਨਿਕਲਦੀਆਂ ਦਿਖਾਈਆਂ। ਉਸ ਨੂੰ ਪੁੱਛਿਆ ਕਿ ਇਹ ਕੀ ਹੈ, ਤਾਂ ਉਸਨੇ ਦੱਸਿਆ ਕਿ ਇੱਕ ਓਂਕਾਰ ਦਾ ਸੂਰਜ ਹੈ ਜੋ ਸਾਰੀ ਸ੍ਰਿਸ਼ਟੀ ਨੂੰ ਚਾਨਣ ਦੇ ਰਿਹਾ ਹੈ ਤੇ ਸਾਡਾ ਮਾਰਗਦਰਸ਼ਨ ਕਰਦਾ ਹੈ। ਹੁਣ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਗੁਰਬਾਣੀ ਦਾ ਸੰਗ ਕਰਨ ਨਾਲ ਸਾਡੀ ਸੋਚ ਦਾ ਪੱਧਰ ਉੱਪਰ ਉੱਠਣਾ ਸ਼ੁਰੂ ਹੁੰਦਾ ਹੈ। ਪਹਿਲਾਂ ਜਦੋਂ ਸੰਗਤ ਪਾਸੋਂ ਬੱਚਿਆਂ ਕੋਲੋਂ ਸਵਾਲ ਪੁੱਛਿਆ ਸੀ ਕਿ ਗੁਰਦੁਆਰੇ ਕੀ ਕਰਨ ਆਏ ਹੋ, ਤਾਂ ਜਵਾਬ ਹੁੰਦਾ ਸੀ ਮੱਥਾ ਟੇਕਣ। ਮੱਥਾ ਟੇਕਣ ਨਾਲ ਕੀ ਹੁੰਦਾ, ਕੋਈ ਜਵਾਬ ਨਹੀਂ ਸੀ। ਪਰ ਅੱਜ ਜਦੋਂ ਤੁਸੀਂ ਉਹਨਾਂ ਨੂੰ ਸਵਾਲ ਪੁੱਛੋ ਕਿ ਗੁਰਦੁਆਰੇ ਕੀ ਕਰਨ ਆਏ ਹੋ, ਤਾਂ ਉਹਨਾਂ ਨੂੰ ਜਵਾਬ ਹੁੰਦਾ ਕਿ ਗੁਰਦੁਆਰੇ ਆਉਣ ਨਾਲ ਸਾਨੂੰ ਸੋਝੀ ਪੈਂਦੀ ਹੈ, ਮੱਤ ਉੱਚੀ ਹੁੰਦੀ ਹੈ। ਹੁਣ ਕੋਈ ਬੱਚਾ ਇਹ ਨਹੀਂ ਕਹਿੰਦਾ ਕਿ ਅਸੀਂ ਹੇਮਕੁੰਟ ਜਾਂ ਡੇਰਾ ਵਡਭਾਗ ਸਿੰਘ ਹਰੇਕ ਸਾਲ ਜਾਂਦੇ ਹਾਂ, ਜਾਂ ਨੈਣਾ ਦੇਵੀ ਜਾਂ ਵੈਸ਼ਨੋ ਦੇਵੀ ਦੇ ਦਰਸ਼ਨ ਨੂੰ ਜਾਂਦੇ ਹਾਂ। ਹੁਣ ਤਾਂ ਜਵਾਬ ਹੁੰਦਾ ਕਿ ਸਾਡਾ ਸਭ ਤੋਂ ਵੱਡਾ ਤੀਰਥ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਹੀ ਹੈ। ਅਸੀਂ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਨੂੰ ਮੰਨਦੇ ਹਾਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਦੇ ਹਾਂ, ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਦੇ। ਸਾਨੂੰ ਸਤਿਗੁਰਾਂ ਨੇ ਪਾਤਸ਼ਾਹੀ ਬਖਸ਼ੀ ਹੈ, ਕਿਸੇ ਦੁਨਿਆਵੀ ਰਾਜੇ ਜਾਂ ਬਾਦਸ਼ਾਹ ਦੀ ਅਧੀਨਗੀ ਅਸੀਂ ਨਹੀਂ ਕਬੂਲਦੇ। ਸਿਰਫ ਅਕਾਲ ਪੁਰਖ ਹੀ ਸਾਡਾ ਰਾਜਾ ਹੈ, ਪਾਤਸ਼ਾਹ ਹੈ, ਤੇ ਅਸੀਂ ਆਜ਼ਾਦ ਹਾਂ, ਸੁਤੰਤਰ ਹਾਂ। ਅਸੀਂ ਆਪਣੇ ਜਨਮ ਦਿਨ ਨਹੀਂ ਮਨਾਉਂਦੇ, ਅਸੀਂ ਸਿਰਫ ਗੁਰਪੁਰਬ ਹੀ ਮਨਾਉਂਦੇ ਹਾਂ। ਇੱਕ ਨੂੰ ਹੁਣ ਆਪਾਂ ਸੰਖੇਪ ਵਿੱਚ ਵੇਖੀਏ ਤਾਂ ਮਤਲਬ ਨਿਕਲਦਾ ਹੈ ਕਿ ਅਕਾਲ ਪੁਰਖ ਇੱਕ ਹੈ, ਸਾਰੀ ਰਚਨਾ ਉਸ ਦਾ ਪਸਾਰਾ ਹੈ, ਅਸੀਂ ਉਸ ਨੂੰ ਇੱਕ ਹੀ ਮੰਨਣਾ ਹੈ, ਇੱਕ ਨੂੰ ਹੀ ਮੰਨਣਾ ਹੈ, ਫੋਲੋ ਕਰਨਾ ਹੈ। ਉਸ ਉੱਪਰ ਭਰੋਸਾ, ਦ੍ਰਿੜਤਾ, ਪ੍ਰੇਮ ਤੇ ਸ਼ਰਧਾ ਰੱਖਣੀ ਹੈ। ਉਸ ਦੀ ਬੇਅੰਤਤਾ ਤੇ ਵਿਲੱਖਣਤਾ ਉੱਪਰ ਭਰੋਸਾ ਰੱਖਣਾ ਹੈ। ਉਹ ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ, ਸਾਡੇ ਸਭ ਅੰਦਰ ਵੀ ਹੈ, ਤੇ ਇਸ ਕਰਕੇ ਅਸੀਂ ਸਭ ਇੱਕ ਹਾਂ ਤੇ ਜੁੜੇ ਹੋਏ ਹਾਂ। ਵੀ ਆਰ ਯੂਨਾਈਟਿਡ, ਕਨੈਕਟਿਡ ਟੂ ਈਚ ਅਦਰ। ਸੋ ਅਸੀਂ ਆਪਣਾ ਸਫ਼ਰ ਇੱਕ ਤੋਂ ਹੀ ਸ਼ੁਰੂ ਕਰਨਾ ਹੈ, ਇਹੀ ਧਰਮ ਖੰਡ ਹੈ। ਅੱਗੇ ਆਉਂਦਾ ਓਅੰ। ਇਸ ਦਾ ਅਰਥ ਹੈ ਸ਼ਕਤੀ, ਊਰਜਾ, ਪ੍ਰਕਾਸ਼, ਹਸਤੀ। ਫਿਰ ਹੈ ਕਾਰ। ਕਾਰ ਦਾ ਮਤਲਬ ਹੈ ਇੱਕ ਰਸ, ਲਗਾਤਾਰ, ਜਿਸ ਵਿੱਚ ਤਬਦੀਲੀ ਨਾ ਹੋਵੇ, ਸਦਾ ਰਵਾਨਗੀ ਰਹੇ। ਪ੍ਰਵਾਹ ਚੱਲ ਰਿਹਾ ਹੈ ਜਿਸ ਵਿੱਚ ਸੰਪੂਰਨਤਾ ਹੈ, ਅਧੂਰਾਪਣ ਨਹੀਂ ਹੈ, ਨਿਰੰਤਰਤਾ ਹੈ, ਭਰਪੂਰਤਾ ਹੈ, ਕੋਈ ਰੁਕਾਵਟ ਨਹੀਂ, ਕੋਈ ਉਚਾਣ ਨਿਵਾਣ ਨਹੀਂ ਹੈ। ਹੁਣ ਜਦੋਂ ਇੱਕ 'ਤੇ ਖੜ੍ਹੇ ਸੀ, ਉਹ ਮਾਨੋ ਕਿਨਾਰਾ ਹੈ ਉਸ ਓਅੰ, ਉਸ ਸ਼ਕਤੀ, ਹਸਤੀ, ਊਰਜਾ ਦੇ ਸਮੁੰਦਰ ਦਾ। ਹੁਣ ਤੁਸੀਂ ਉਸ ਵਿਸ਼ਾਲ ਊਰਜਾ ਦੇ ਸਾਗਰ ਦੇ ਕਿਨਾਰੇ ਖੜ੍ਹੇ ਹੋ। ਗੁਰਮੁਖ ਨਾਦਨ, ਗੁਰਮੁਖ ਵੇਦਨ, ਗੁਰਮੁਖ ਰਹਿ ਸਮਾਈ। ਗੁਰਮੁਖ ਦਾ ਮਤਲਬ ਇੱਕ ਇੱਥੇ ਅਕਾਲ ਪੁਰਖ ਹੈ। ਅਕਾਲ ਪੁਰਖ ਸ਼ਬਦ ਹੈ, ਅਕਾਲ ਪੁਰਖ ਗਿਆਨ ਹੈ, ਅਕਾਲ ਪੁਰਖ ਹੀ ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ। ਹੁਣ ਅਸੀਂ ਇਸ ਊਰਜਾ ਦੇ ਸੋਮੇ ਨੂੰ ਆਪਣੇ ਅੰਦਰ ਮਹਿਸੂਸ ਕਰਨਾ ਹੈ, ਕਿਉਂਕਿ ਇਹ ਸ਼ਬਦ, ਧੁਨ, ਗਿਆਨ ਦਾ ਅਥਾਹ ਸਾਗਰ ਤੁਹਾਡੇ ਅੰਦਰ ਵੀ ਹੈ। ਪ੍ਰੈਕਟੀਕਲ ਜੀਵਨ ਵਿੱਚ ਅਸੀਂ ਖੇਡਾਂ ਖੇਡਦੇ ਹਾਂ, ਹੋਰ ਅਨੇਕਾਂ ਕੰਮ ਕਰਦੇ ਹਾਂ, ਇਹ ਸ਼ਕਤੀ ਦਾ ਹੀ ਪ੍ਰਦਰਸ਼ਨ ਹੈ। ਪਰ ਅਸੀਂ ਇਸ ਸ਼ਕਤੀ ਨਾਲ ਉਹ ਕੰਮ ਵੀ ਕਰ ਸਕਦੇ ਹਾਂ ਜੋ ਵਿਲੱਖਣ ਹੋਣ, ਜਿਵੇਂ ਕਿ ਕਈ ਵਿਗਿਆਨੀਆਂ ਨੇ ਨਵੀਆਂ ਖੋਜਾਂ, ਕਾਢਾਂ ਸਾਨੂੰ ਦਿੱਤੀਆਂ ਨੇ ਜੋ ਕਿ ਵਿਲੱਖਣ ਹਨ। ਤੁਸੀਂ ਸਾਰੇ ਜਾਣਦੇ ਹੋ, ਇਸ ਵਿਸਥਾਰ 'ਚ ਜਾਣ ਦੀ ਲੋੜ ਨਹੀਂ। ਸਾਡੇ ਕੰਮਕਾਰ ਇਸੇ ਹਸਤੀ ਦਾ ਪ੍ਰਗਟਾਵਾ ਹਨ। ਅਸੀਂ ਆਪਣੇ ਅੰਦਰ ਇਸ ਡੂੰਘੇ ਸਮੁੰਦਰ ਵਿੱਚ ਉਤਰ ਕੇ ਆਪਣੇ ਆਪ ਨੂੰ ਖੋਜਣਾ ਹੈ, ਅੰਦਰਲੇ ਪ੍ਰਕਾਸ਼ ਨੂੰ ਪ੍ਰਗਟ ਕਰਨਾ ਹੈ, ਅਤੇ ਇਸ ਸ਼ਕਤੀ ਦੇ ਸਹਾਰੇ ਵੱਡੇ ਵੱਡੇ ਕਾਰਜ ਕਰਨੇ ਹਨ। ਕਾਰ ਦੇ ਅਰਥ ਆਪਾਂ ਦੇਖੇ ਕਿ ਲਗਾਤਾਰ, ਨਿਰੰਤਰਤਾ, ਇੱਕ ਰਸ, ਜੀਵਨ ਰੌ ਵਿੱਚ ਦੇ ਨਿਰੰਤਰਤਾ, ਰਵਾਨਗੀ ਬਣਾਈ ਰੱਖਣੀ, ਰੁਕਣਾ ਨਹੀਂ ਹੈ। ਰੁਕਾਵਟ ਜਾਂ ਰੁਕ ਜਾਣਾ ਮਤਲਬ ਖਤਮ ਹੋ ਜਾਣਾ ਜਾਂ ਮਰ ਜਾਣਾ ਕਹਾਂਗੇ। ਇਹ ਗੁਣ ਵੀ ਸਾਡੇ ਅੰਦਰ ਪਰਮਾਤਮਾ ਨੇ ਬਖਸ਼ਿਆ ਹੈ। ਅਸੀਂ ਲਗਾਤਾਰ ਤੁਰ ਸਕਦੇ ਹਾਂ, ਲਗਾਤਾਰ ਬੋਲ ਸਕਦੇ ਹਾਂ, ਲਗਾਤਾਰ ਦੌੜ ਸਕਦੇ ਹਾਂ। ਇਹ ਲਗਾਤਾਰਤਾ ਦਾ ਗੁਣ। ਹੋਰ ਅਨੇਕਾਂ ਕੰਮ ਕਰ ਸਕਦੇ ਹਾਂ। ਸਾਡੇ ਸਰੀਰ ਦੇ ਕਿੰਨੇ ਹੀ ਅੰਗ ਆਪਣੇ ਆਪ ਲਗਾਤਾਰ ਕੰਮ ਕਰੀ ਜਾ ਰਹੇ, ਜਿਵੇਂ ਦਿਲ, ਦਿਮਾਗ, ਗੁਰਦੇ, ਜਿਗਰ, ਮਿਹਦਾ, ਖੂਨ ਦਾ ਚੱਕਰ। ਇਹ ਸਭ ਸਾਡੇ ਅੰਦਰ ਦੀ ਨਿਰੰਤਰਤਾ ਨੂੰ ਜ਼ਾਹਰ ਕਰਦਾ ਹੈ।
ਜਿਨ੍ਹਾਂ ਨੇ ਇਸ ਰਵਾਨਗੀ ਨੂੰ ਪਛਾਣ ਲਿਆ ਉਹ ਫਿਰ ਘਰ ਆਰਾਮ ਨਾਲ ਬਹਿੰਦੇ, ਉਹ ਸਫ਼ਰ ਸ਼ੁਰੂ ਕਰ ਲੈਂਦੇ ਹਨ ਅਤੇ ਅਖੀਰ ਨੂੰ ਮੰਜ਼ਿਲ ਉਹਨਾਂ ਦਾ ਸਵਾਗਤ ਕਰਦੀ ਹੈ। ਇਸ ਓਂਕਾਰ ਨੂੰ ਅਸੀਂ ਗਿਆਨ ਖੰਡ ਕਹਿ ਸਕਦੇ ਹਾਂ, ਕਿਉਂਕਿ ਇੱਥੇ ਸਾਨੂੰ ਇੱਕ ਦੀ ਹਸਤੀ ਦਾ ਗਿਆਨ ਹੋ ਗਿਆ। ਅਸੀਂ ਭਰੋਸਾ ਕਰਕੇ ਅੱਗੇ ਤੁਰ ਪਏ। ਹੁਣ ਇਸ ਸ਼ਕਤੀ ਦੇ ਅਹਿਸਾਸ ਸਮੁੰਦਰ ਵਿੱਚ ਹੌਲੀ ਜਿਹੀ ਉਤਰ ਜਾਂਦੇ ਹਾਂ ਅਤੇ ਇਸ ਵਿੱਚ ਤੈਰਨਾ ਸ਼ੁਰੂ ਕਰਦੇ ਹਾਂ। ਇਹ ਸਮਝੋ ਵੀ ਸਰਮਖੰਡ ਦੀ ਸ਼ੁਰੂਆਤ ਹੋ ਗਈ। ਅੱਗੇ ਆਉਂਦਾ ਸਤਨਾਮ। ਸਤਨਾਮ ਮਤਲਬ ਉਸਦਾ ਨਾਮ ਜਿਹੜਾ ਸੱਚ ਹੈ, ਝੂਠ ਨਹੀਂ ਹੈ, ਹੋਂਦ ਵਾਲਾ ਐਗਜ਼ਿਸਟ ਕਰਦਾ, ਮਤਲਬ ਉਸਦੀ ਹੋਂਦ ਹੈ। ਝੂਠ ਜੋ ਹੁੰਦਾ ਉਹ ਟਿਕਦਾ ਨਹੀਂ ਹੈ। ਨਿਭਣਾ ਜਾਂ ਖੜਨਾ ਸੱਚ ਨਹੀਂ ਹੁੰਦਾ। ਅਸੀਂ ਉਸਦਾ ਰੂਪ ਹਾਂ। ਅਸੀਂ ਆਪਣੀ ਹੋਂਦ ਨੂੰ ਮਹਿਸੂਸ ਕਰਨਾ, ਆਪਣੀ ਹੋਂਦ ਨੂੰ ਜਤਾਉਣਾ। ਹੁਣ ਕਲਾਸ ਵਿੱਚ ਅਟੈਂਡੈਂਸ ਲੱਗਦੀ ਹੈ, ਅਟੈਂਡੈਂਸ ਲੱਗਣ ਵੇਲੇ ਅਸੀਂ ਯੈਸ ਬੋਲਦੇ ਹਾਂ। ਇਹ ਸਾਡੀ ਹਾਜ਼ਰੀ ਦਾ ਪ੍ਰਗਟਾਵਾ, ਸਾਡੀ ਹੋਂਦ ਦਾ ਪ੍ਰਗਟਾਵਾ ਕਿ ਮੈਂ ਹਾਜ਼ਰ ਹਾਂ, ਮੈਂ ਸੱਚਮੁੱਚ ਇੱਥੇ ਹਾਂ। ਜਿਸ ਦਿਨ ਅੱਗੋਂ ਆਵਾਜ਼ ਨਾ ਆਈ ਸਮਝੋ ਗੈਰ ਹਾਜ਼ਰ ਹੈ, ਸਮਝੋ ਉਸ ਦੀ ਉਹ ਹੋਂਦ ਉੱਥੇ ਨਹੀਂ ਹੈ। ਜਿੰਨੀ ਦੇਰ ਅਸੀਂ ਆਪਣੇ ਕੰਮਾਂ ਰਾਹੀਂ ਆਪਣੀ ਹੋਂਦ ਦਰਸਾ ਰਹੇ ਹਾਂ ਤਾਂ ਸਾਡੀ ਹੋਂਦ ਹੈ। ਜਿਸ ਦਿਨ ਇਹ ਆਵਾਜ਼ ਨਾ ਆਈ ਸਮਝਣਾ ਸਾਡੀ ਹੋਂਦ ਖਤਮ ਹੋ ਗਈ। ਪਰ ਸਿੱਖ ਕੌਮ ਨੂੰ ਖਤਮ ਕਰਨ ਲਈ ਬੜੇ ਯਤਨ ਹੋਏ ਅਤੇ ਹੋ ਰਹੇ ਹਨ, ਪਰ ਇਹਨਾਂ ਨੇ ਸਦਾ ਆਪਣੀ ਹੋਂਦ ਨੂੰ ਬਰਕਰਾਰ ਰੱਖਿਆ। ਚਾਹੇ ਬੋਤਾ ਸਿੰਘ ਅਤੇ ਗਰਜਾ ਸਿੰਘ ਹੋਣ, ਚਾਹੇ ਚਰਖੜੀ 'ਤੇ ਚੜ੍ਹਨ ਵਾਲੇ ਸੂਰਮੇ ਹੋਣ, ਸਿੱਖ ਆਪਣੀ ਕੌਮ ਦੀ ਹੋਂਦ ਨੂੰ ਕਦੇ ਮਿਟਣ ਨਹੀਂ ਦਿੰਦਾ। ਇਹ ਕਦੇ ਮਿਟਣ ਵੀ ਨਹੀਂ ਦੇਣਗੇ। ਇਸ ਨੂੰ ਮਿਟਾਉਣ ਵਾਲੇ ਜ਼ਰੂਰ ਮਿਟ ਜਾਣਗੇ। ਕਰਤਾ, ਜਿਸ ਵਿੱਚ ਕਰਨ ਦੀ ਸਮਰੱਥਾ ਹੋਵੇ। ਕਰਨ ਵਾਲਾ ਜਾਣੀ ਰਚਨਹਾਰ, ਸਿਰਜਣਹਾਰ। ਨਿੱਕੇ ਹੁੰਦੇ ਆਪਾਂ ਰੇਤੇ ਦੇ ਘਰ ਬਣਾ ਕੇ ਖੇਡਦੇ ਹੁੰਦੇ ਸੀ। ਘਰ ਬਣਾ ਲੈਣੇ ਅਤੇ ਫਿਰ ਢਾਹ ਦੇਣੇ। ਇਹ ਦੱਸਦਾ ਕਿ ਸਾਡੇ ਅੰਦਰ ਕੁਝ ਕਰ ਸਕਣ ਦੀ ਸਮਰੱਥਾ ਹੈ। ਅਸੀਂ ਹੋਰ ਵੀ ਅਨੇਕਾਂ ਕੰਮ ਰੋਜ਼ ਕਰਦੇ ਹਾਂ। ਮਨੁੱਖ ਅੰਦਰ ਜਨਨ ਪ੍ਰਕਿਰਿਆ ਦੀ ਇਹ ਵੀ ਸਿਰਜਣਾ ਦੀ ਇੱਕ ਉਦਾਹਰਣ ਹੈ ਕਿ ਕਰਨ ਦੀ। ਪੁਰਖ ਜੋ ਸਰੀਰ ਵਿੱਚ ਲੇਟਿਆ ਹੋਇਆ ਹੈ, ਸਮਾਇਆ ਹੋਇਆ ਹੈ। ਕਰਤਾ ਪੁਰਖ ਹੋਣ ਦੀ ਹੈਸੀਅਤ ਵਿੱਚ ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਅਤੇ ਪੁਰਖ ਬਣ ਕੇ ਇਸ ਵਿੱਚ ਬੈਠ ਗਿਆ। ਕਹਿਣ ਤੋਂ ਮਤਲਬ ਸਾਰਾ ਦ੍ਰਿਸ਼ਟਮਾਨ ਸੰਸਾਰ ਉਸ ਦਾ ਹੀ ਰੂਪ ਹੈ। ਅਸੀਂ ਸਾਰੇ ਮਨੁੱਖ, ਜੀਵ ਜੰਤੂ, ਤੁਰਦੇ ਫਿਰਦੇ ਰੱਬ ਹਾਂ। ਸਾਰੀ ਕੁਦਰਤ ਰੱਬ ਹੀ ਹੈ, ਉਸ ਤੋਂ ਵੱਖ ਕੁਝ ਵੀ ਨਹੀਂ। ਇਹ ਉਸ ਦਾ ਸਰਗੁਣ ਸਰੂਪ ਹੈ। ਆਮ ਕਰਕੇ ਵਸਤੂ ਬਣਾਉਣ ਵਾਲਾ ਉਸ ਤੋਂ ਵੱਖ ਰਹਿੰਦਾ ਹੈ। ਜਿਵੇਂ ਕਿਸੇ ਮਿਸਤਰੀ ਨੇ ਕੁਰਸੀ ਬਣਾਈ, ਪਰ ਕੁਰਸੀ ਬਣਾ ਕੇ ਉਹ ਆਪ ਉਸ ਵਿੱਚ ਨਹੀਂ ਬੈਠਦਾ। ਕੁਰਸੀ ਵੱਖ ਅਤੇ ਮਿਸਤਰੀ ਵੱਖ ਰਹਿੰਦਾ ਹੈ। ਪਰ ਇੱਥੇ ਇਹ ਉਸ ਦੀ ਵਿਲੱਖਣਤਾ ਹੈ ਕਿ ਉਹ ਸੰਸਾਰ ਨੂੰ ਬਣਾ ਕੇ ਆਪ ਵੀ ਇਸ ਰਚਨਾ, ਇਸ ਸੰਸਾਰ ਵਿੱਚ ਬੈਠ ਗਿਆ ਹੈ, ਸਮਾ ਗਿਆ ਹੈ। ਕੋਈ ਜ਼ਰਾ, ਕੋਈ ਕਣ, ਕੋਈ ਜਣ, ਕੋਈ ਤਨ, ਕੋਈ ਮਨ, ਕੋਈ ਕਤਰਾ, ਕੋਈ ਬੂੰਦ ਉਸ ਤੋਂ ਬਿਨਾਂ ਨਹੀਂ ਹੈ। ਸਭ ਵਿੱਚ ਉਹ ਆਪ ਸਮਾਇਆ ਹੋਇਆ ਹੈ। ਉਸ ਨੇ ਮਨੁੱਖ ਨੂੰ ਇਹ ਖੁੱਲ੍ਹ ਦਿੱਤੀ ਹੈ, ਇਹ ਚੁਆਇਸ ਦਿੱਤੀ ਹੈ ਕਿ ਉਹ ਆਪਣੇ ਆਪ ਨੂੰ ਰੱਬ ਬਣਗਾ ਬਣਾ ਸਕਦਾ ਹੈ, ਆਪਣੇ ਅੰਦਰ ਰੱਬ ਵਾਲੇ ਇਹ ਗੁਣ ਪੈਦਾ ਕਰਕੇ। ਸਹਿਜੇ ਸਹਿਜੇ, ਧੀਰਜ ਨਾਲ, ਭਰੋਸੇ ਨਾਲ ਯਤਨ ਕਰੇ, ਮਿਹਨਤ ਕਰੇ, ਉੱਦਮ ਕਰੇ, ਮਹਿਸੂਸ ਕਰੇ। ਉਸ ਅੰਦਰ ਬੈਠਾ ਕਰਤਾਰ ਇੱਕ ਦਿਨ ਪ੍ਰਗਟ ਹੋ ਜਾਵੇਗਾ। ਇਸ ਤਰ੍ਹਾਂ ਨਿਰਵਾਣ ਪ੍ਰਾਪਤ ਕਰ ਸਕਦਾ ਹੈ। ਅਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹਾ ਕਰੀਏ ਕਿ ਅਸੀਂ ਵੀ ਉਸ ਵਿੱਚ ਸਮਾ ਜਾਈਏ, ਕਿ ਸਾਡੇ ਪਿੱਛੋਂ ਵੀ ਸਾਡਾ ਨਾਮ ਉਸ ਨਾਲ ਜੁੜਿਆ ਰਹੇ। ਜਿਵੇਂ ਆਪਾਂ ਹੁਣੇ ਹੋਏ ਸੰਘਰਸ਼ਾਂ ਵਿੱਚ ਦੇਖਿਆ ਕਿ ਕਿਵੇਂ ਦੀਪ ਸਿੱਧੂ ਨੇ ਹੋਂਦ ਦੀ ਲੜਾਈ ਦਾ ਸੰਘਰਸ਼ ਸ਼ੁਰੂ ਕੀਤਾ ਅਤੇ ਅੱਜ ਉਸ ਦੇ ਜਾਣ ਪਿੱਛੋਂ ਵੀ ਜਿੱਥੇ ਵੀ ਹੋਂਦ ਦੀ ਗੱਲ ਦੀ ਚੱਲਦੀ ਹੈ, ਦੀਪ ਸਿੱਧੂ ਦਾ ਨਾਮ ਆਉਂਦਾ ਹੈ। ਇਸੇ ਤਰ੍ਹਾਂ ਹੀ ਜਿੱਥੇ ਨਿਡਰ ਗਾਇਕੀ ਦੀ ਗੱਲ ਚੱਲਦੀ ਹੈ, ਉੱਥੇ ਸਿੱਧੂ ਮੂਸੇਵਾਲੇ ਦਾ ਨਾਮ ਲੋਕ ਯਾਦ ਕਰਦੇ ਹਨ। ਉਹ ਸਿੱਧੂ ਮੂਸੇਵਾਲਾ ਇੱਕ ਮਾਡਰਨ ਢਾਡੀ ਸੀ। ਗਾਉਣ ਦਾ ਢੰਗ ਬੇਸ਼ੱਕ ਵੱਖਰਾ ਸੀ। ਅੱਗੇ ਆ ਗਿਆ ਨਿਰਭਉ, ਜੋ ਕਿਸੇ ਤੋਂ ਡਰਦਾ ਨਹੀਂ, ਕਿਸੇ ਨੂੰ ਡਰਾਉਂਦਾ ਵੀ ਨਹੀਂ। ਜਿਸ ਅੰਦਰ ਨਿਰਭੈਤਾ ਹੋਵੇ, ਜਿਸ ਉੱਪਰ ਕਿਸੇ ਡਰ ਦਾ ਕੋਈ ਅਸਰ ਨਾ ਹੁੰਦਾ ਹੋਵੇ,
ਉਹ ਨਿਰਭਉ। ਜਿਵੇਂ ਅੱਜ ਅਸੀਂ ਦੇਖਦੇ ਹਾਂ ਬਹੁਤੇ ਡਰ ਜਾਂ ਲਾਲਚ ਵਿੱਚ ਆ ਜਾਂਦੇ ਹਨ। ਡਰ ਅਤੇ ਲਾਲਚ, ਚਾਹੇ ਅਹੁਦੇ ਦਾ ਹੋਵੇ ਚਾਹੇ ਪੈਸੇ ਦਾ, ਇਹ ਦੋ ਚੀਜ਼ਾਂ ਨੇ ਜੋ ਬੰਦੇ ਨੂੰ ਸੱਚ ਨਾਲੋਂ ਤੋੜਦੀਆਂ ਨੇ। ਜੋ ਇਸ ਨੂੰ ਕਬੂਲ ਕਰ ਲੈਂਦਾ ਉਸ ਦਾ ਕਿਰਦਾਰ ਵੀ ਗੰਧਲਾ ਹੋ ਜਾਂਦਾ। ਜੋ ਵਿਅਕਤੀ ਕਿਸੇ ਵੱਡੀ ਹਸਤੀ, ਨੇਤਾ, ਅਫਸਰ, ਰਾਜੇ ਆਦਿ ਦਾ ਡਰ ਜਾਂ ਲਾਲਚ ਨਹੀਂ ਕਬੂਲਦਾ, ਸਮਝੋ ਨਿਰਭਉ ਹੈ। ਅਸੀਂ ਵੀ ਇਸ ਉੱਪਰ ਪਹਿਰਾ ਦੇਣਾ ਹੈ। ਨਿਰਵੈਰ, ਜੋ ਕਿਸੇ ਨਾਲ ਵੈਰ, ਵਿਤਕਰਾ, ਭੇਦਭਾਵ, ਨਫ਼ਰਤ, ਘਿਰਣਾ ਨਹੀਂ ਕਰਦਾ, ਜਿਸ ਵਿੱਚ ਨਿਰਵੈਰਤਾ ਹੈ, ਜੋ ਵੈਰ ਰਹਿਤ ਹੈ, ਕਿਸੇ ਨਾਲ ਦੁਸ਼ਮਣੀ ਨਹੀਂ ਕਰਦਾ, ਜਿਸ ਨੂੰ ਕੋਈ ਦੁਸ਼ਮਣ ਦਿਸਦਾ ਹੀ ਨਹੀਂ, ਸਭ ਸਾਜਨ ਮਿੱਤਰ ਹੀ ਜਾਪਦੇ ਹਨ, ਕਿਉਂਕਿ ਉਸ ਨੂੰ ਸਭ ਅੰਦਰ ਪ੍ਰਭੂ ਹੀ ਦਿਖਦਾ ਹੈ, ਉਹ ਨਿਰਵੈਰ ਹੈ। ਆਪਾਂ ਵੀ ਇਹ ਨਿਰਵੈਰਤਾ ਵਾਲਾ ਗੁਣ ਆਪਣੇ ਅੰਦਰ ਧਾਰਨ ਕਰਨਾ, ਨਿਰਵੈਰ ਹੋਣਾ। ਆਪਣੇ ਗੁਆਂਢੀਆਂ ਨਾਲ, ਦੋਸਤਾਂ ਮਿੱਤਰਾਂ ਨਾਲ, ਸੰਸਾਰ ਦੇ ਹੋਰ ਜੀਵਾਂ ਨਾਲ ਕਿਸੇ ਨਾਲ ਨਫ਼ਰਤ ਨਹੀਂ ਕਰਨੀ, ਘਿਰਣਾ ਨਹੀਂ ਕਰਨੀ। ਅਕਾਲ ਮੂਰਤ, ਉਸ ਦੀ ਮੂਰਤ ਅਕਾਲ ਹੈ, ਮਤਲਬ ਉਸ ਉੱਪਰ ਸਮੇਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਉਸ ਦੀ ਕੋਈ ਮੂਰਤ ਜਾਂ ਤਸਵੀਰ ਨਹੀਂ ਹੈ ਜੋ ਬਣਾਈ ਜਾ ਸਕੇ ਜਾਂ ਢਾਈ ਜਾ ਸਕੇ। ਉਸ ਦੀ ਕੋਈ ਫੋਟੋ ਨਹੀਂ ਖਿੱਚੀ ਜਾ ਸਕਦੀ, ਉਸ ਦੀ ਮੂਰਤ ਬਣਦੀ ਹੋਈ ਨਹੀਂ। ਸਾਰਾ ਸੰਸਾਰ ਹੀ ਉਸ ਦੀ ਮੂਰਤ ਹੈ, ਫਿਰ ਮੂਰਤ ਕਿਵੇਂ ਬਣੇਗੀ? ਉਸ ਦਾ ਸਰੂਪ ਕਾਲ ਤੋਂ ਪਰੇ ਹੈ, ਨਾਸ਼ ਰਹਿਤ ਹੈ, ਨਾਸ਼ਵੰਤ ਨਹੀਂ ਹੈ, ਅਵਿਨਾਸ਼ੀ ਹੈ। ਅਕਾਲ ਪੁਰਖ ਦੀ ਮੂਰਤ ਬਣ ਹੀ ਨਹੀਂ ਸਕਦੀ। ਇਹ ਉਸ ਸਮੇਂ ਚੱਲ ਰਹੇ ਮੂਰਤੀ ਪੂਜਾ ਦੇ ਰਿਵਾਜ ਦਾ ਖੁੱਲ੍ਹਾ ਖੰਡਨ ਹੈ। ਰੱਬ ਮੂਰਤੀਆਂ ਵਿੱਚ ਨਹੀਂ, ਰੱਬ ਬੰਦਿਆਂ ਵਿੱਚ ਵਸਦਾ। ਸੋ ਅਸੀਂ ਸਮੇਂ ਦੀ ਪਰਵਾਹ ਕੀਤੇ ਬਿਨਾਂ ਕੰਮ ਕਾਜ ਕਰਨਾ ਹੈ, ਸਦਾ ਤਿਆਰ ਬਾਰ ਤਿਆਰ ਰਹਿਣਾ ਹੈ। ਅਜਿਹਾ ਕੁਝ ਕਰ ਜਾਓ ਕਿ ਤੁਸੀਂ ਅਮਰ ਹੋ ਜਾਓ। ਜਦੋਂ ਕੋਈ ਐਮਰਜੈਂਸੀ ਹੁੰਦੀ ਹੈ, ਮੇਰਾ ਕਲੀਨਿਕ ਅੱਧੀ ਰਾਤ ਨੂੰ ਵੀ ਖੁੱਲ੍ਹਦਾ ਹੈ। ਮੇਰੀਆਂ ਕਿਤਾਬਾਂ ਮੇਰੇ ਜਾਣ ਪਿੱਛੋਂ ਵੀ ਲੋਕਾਂ ਲਈ ਲਾਹੇਵੰਦ ਹੁੰਦੀਆਂ ਰਹਿਣਗੀਆਂ, ਜਿਵੇਂ ਕਿ ਸੀਕ੍ਰੇਟਸ ਆਫ ਹੋਮਿਓਪੈਥੀ ਰਿਵੀਲਡ ਫਸਟ ਟਾਈਮ, ਸੈਲਫ ਕਿਉਰ ਸਿਸਟਮ ਆਦਿ ਇਹੋ ਜਿਹੀਆਂ। ਅੱਗੇ ਹੈ ਅਜੂਨੀ। ਅਕਾਲ ਪੁਰਖ ਅਜਿਹੀ ਹਸਤੀ ਹੈ ਜੋ ਜੂਨਾਂ ਵਿੱਚ ਨਹੀਂ ਆਉਂਦਾ। ਅਜਿਹੀ ਹਸਤੀ ਹੈ ਜੋ ਜੂਨਾਂ ਵਿੱਚ ਨਹੀਂ ਆਉਂਦੀ, ਭਾਵ ਕਿ ਉਹ ਕਿਸੇ ਦੇ ਮਾਂ ਦੇ ਗਰਭ ਤੋਂ ਪੈਦਾ ਨਹੀਂ ਹੁੰਦਾ। ਜਾਣੀ ਕਹਿਣ ਦਾ ਮਤਲਬ ਉਸਨੂੰ ਕਿਸੇ ਮਾਂ ਨੇ ਜਨਮ ਨਹੀਂ ਦਿੱਤਾ। ਉਹ ਜੂਨ ਰਹਿਤ ਹੈ, ਜਨਮ ਮਰਨ ਤੋਂ ਉੱਪਰ ਹੈ, ਅਮਰ ਹੈ, ਅਟਲ ਹੈ, ਸਦਾ ਹੈ, ਨਿਰੰਕਾਰ ਹੈ, ਆਕਾਰ ਰਹਿਤ ਹੈ, ਨਿਰਗੁਣ, ਨਿਰੰਜਨ, ਕਾਲਖ ਰਹਿਤ, ਵਿਕਾਰਾਂ ਤੋਂ ਰਹਿਤ, ਪ੍ਰਕਾਸ਼ ਰੂਪ ਹੈ। ਪਰ ਅਸੀਂ ਤਾਂ ਕਰਤੂਤ ਪਸ਼ੂ ਕੀ, ਮਾਨਸ ਜਾਤ। ਮਨੁੱਖ ਜੂਨ ਵਿੱਚ ਹੋ ਕੇ ਵੀ ਅਸੀਂ ਕਈ ਜੂਨਾਂ ਵਿੱਚ ਰੋਜ਼ ਵਿਚਰਦੇ ਹਾਂ। ਆਪਣੇ ਕੰਮਾਂ ਕਰਕੇ ਅਸੀਂ ਕਦੇ ਸੂਰ, ਕਦੇ ਕੁੱਤਾ, ਕਦੇ ਹਾਥੀ, ਕਦੇ ਸੱਪ ਬਣ ਜਾਂਦੇ ਹਾਂ। ਇਹ ਸਭ ਅਸੀਂ ਬਿਨਾਂ ਮਰੇ, ਬਿਨਾਂ ਜਨਮੇ ਰੋਜ਼ ਹੀ ਕਰਦੇ ਹਾਂ। ਸੋ ਪਿਆਰਿਓ, ਅਜਿਹੀਆਂ ਭਟਕਣਾਂ 'ਚੋਂ ਬਾਹਰ ਨਿਕਲ ਕੇ ਚੰਗੇ ਭਲੇ ਕੰਮ ਕਰਨੇ ਹਨ ਤਾਂ ਜੋ ਅਸੀਂ ਵੀ ਅਜੂਨੀ ਹੋ ਸਕੀਏ। ਸੈਭੰ, ਸੈਭੰ ਦਾ ਮਤਲਬ ਹੈ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਉਹ ਆਪਣੇ ਆਪ ਹੀ ਪ੍ਰਗਟ ਹੋਇਆ ਹੈ, ਉਸ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਉਸ ਦੀ ਸਿਰਜਣਾ ਕਿਸੇ ਹੋਰ ਨੇ ਨਹੀਂ ਕੀਤੀ, ਪਰ ਉਹ ਆਪ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ, ਸਿਰਜਣਹਾਰ ਹੈ। ਉਹ ਕਿਸੇ ਦਾ ਮੁਹਤਾਜ ਨਹੀਂ ਹੈ। ਉਹ ਆਤਮ ਨਿਰਭਰ ਹੈ, ਸੁਤੰਤਰ ਹੈ, ਆਜ਼ਾਦ ਹੈ, ਇੰਡੀਪੈਂਡੈਂਟ ਹੈ। ਉਹ ਕਿਸੇ ਹੋਰ ਵਿੱਚ ਦਖਲ ਵੀ ਨਹੀਂ ਦਿੰਦਾ। ਆਪਣਾ ਕੰਮ ਆਪ ਇੰਡੀਪੈਂਡੈਂਟਲੀ ਕਰਦਾ ਰਹਿੰਦਾ, ਸੈਲਫ ਡਿਪੈਂਡੈਂਟ ਹੈ। ਜੋ ਕਿਸੇ ਦਾ ਮੁਹਤਾਜ ਨਹੀਂ ਹੁੰਦਾ ਉਹ ਸੁਤੰਤਰ ਹੁੰਦਾ। ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੁੰਦਾ ਹੈ ਉਹ ਕਿਸੇ ਤੋਂ ਉਧਾਰਾ ਨਹੀਂ ਲੈਂਦਾ। ਜਦੋਂ ਬੰਦਾ ਇਸ ਅਵਸਥਾ 'ਤੇ ਪੁੱਜਦਾ ਹੈ ਤਾਂ ਉਹ ਵੀ ਦੁਨੀਆ ਦੀਆਂ ਸਭ ਆਸਾਂ ਆਸਰੇ ਛੱਡ ਕੇ ਆਪਣੇ ਅੰਦਰੋਂ ਹੀ ਪ੍ਰਭੂ ਨੂੰ ਨਾਲ ਲੈ ਕੇ ਚੱਲਣ ਲੱਗ ਪੈਂਦਾ ਹੈ। ਉਸ ਦਾ ਡਰ ਭਉ ਸਭ ਖਤਮ ਹੋ ਜਾਂਦਾ ਹੈ। ਵੈਰ ਭਾਵ, ਘਿਰਣਾ, ਨਫ਼ਰਤ ਵੀ ਖਤਮ ਹੋ ਜਾਂਦੀ ਹੈ। ਉਸ ਨੂੰ ਸਿਰਫ ਸਭ ਵਿੱਚ ਸਾਜਨ ਮਿੱਤਰ ਦਿਸਦੇ ਹਨ। ਸਾਲ 2020 ਦੀਆਂ ਦੋ ਪ੍ਰਮੁੱਖ ਮਿਸਾਲਾਂ ਸਾਡੇ ਸਾਹਮਣੇ ਹਨ, ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ। ਧਿਆਨ ਨਾਲ ਪਰਖਿਆ ਪਤਾ ਲੱਗਦਾ ਹੈ ਕਿ ਇਹਨਾਂ ਦੋਨਾਂ ਨੌਜਵਾਨਾਂ ਦੀ ਅਵਸਥਾ ਇੱਥੋਂ ਤੱਕ ਪਹੁੰਚ ਗਈ ਸੀ। ਇਹ ਪੂਰੀ ਤਰ੍ਹਾਂ ਜਾਗ ਪਏ ਸਨ, ਪੂਰੀ ਤਰ੍ਹਾਂ ਆਤਮ ਨਿਰਭਰ ਹੋ ਗਏ ਸਨ।
ਇਹਨਾਂ ਨੇ ਦੁਨੀਆ ਦੀ ਮੁਹਤਾਜੀ ਤੱਕੀ ਹੋਈ ਨਹੀਂ, ਪੂਰੀ ਤਰ੍ਹਾਂ ਸ਼ੁੱਧਤਾ ਅਤੇ ਸੱਚ ਨਾਲ ਜੁੜ ਗਏ। ਇਸ ਲਈ ਇਹਨਾਂ ਦੇ ਅੰਦਰੋਂ ਡਰ ਖੌਫ ਖਤਮ ਹੋ ਗਿਆ। ਇਸ ਲਈ ਇਹ ਕੌਮ ਵਾਸਤੇ ਕੁਰਬਾਨ ਹੋ ਗਏ। ਜੋ ਸਹਿਬਹੰਗ ਦੀ ਅਵਸਥਾ 'ਤੇ ਪੁੱਜ ਜਾਂਦਾ ਉਹ ਫਿਰ ਹੋਰ ਸੰਸਾਰਕ ਆਸਰੇ ਤਿਆਗ ਦਿੰਦਾ। ਇੱਕੋ ਇੱਕ ਓਟ ਆਸਰਾ ਅਕਾਲ ਪੁਰਖ ਦਾ ਤੱਕਦਾ, ਮੁਤਾਜੀ ਤੋਂ ਮੁਕਤ ਹੋ ਜਾਂਦਾ। ਮੁਤਾਜੀ ਮੁੱਕ ਜਾਂਦੀ ਹੈ, ਪੂਰਨ ਤੌਰ 'ਤੇ ਸੁਤੰਤਰ, ਆਤਮ ਨਿਰਭਰ, ਆਜ਼ਾਦ, ਨਿਰਭਉ ਅਤੇ ਨਿਰਵੈਰ ਹੋ ਕੇ ਵਿਚਰਦਾ ਅਤੇ ਅਖੀਰ ਮੁਕਤੀ ਦੇ ਘਰ ਪਹੁੰਚ ਕੇ ਸਚਿਆਰ ਮਨੁੱਖ ਦਾ ਦਰਜਾ ਪ੍ਰਾਪਤ ਕਰਦਾ ਹੈ। ਗੁਰਪ੍ਰਸਾਦ ਉੱਪਰਲੇ ਜਿਹੜੇ ਸਾਰੇ ਗੁਣ ਨੇ, ਇਹ ਗੁਣਾਂ ਵਾਲਾ ਜਿਹੜਾ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲਦਾ। ਇਸ ਗੁਰਪ੍ਰਸਾਦ ਦਾ ਮਤਲਬ ਇਹ ਹੋਇਆ। ਦੂਜੇ ਲਫ਼ਜ਼ਾਂ ਵਿੱਚ ਮਨੁੱਖ ਨੂੰ ਇਹ ਖੁੱਲ੍ਹ ਹੈ ਕਿ ਉਹ ਆਪਣੇ ਅੰਦਰ ਉੱਪਰ ਵਾਲੇ ਸਾਰੇ ਗੁਣ ਧਾਰਨ ਕਰਨ ਦਾ ਯਤਨ ਕਰੇ। ਸਹਿਜ, ਧੀਰਜ ਅਤੇ ਹੁਕਮ ਵਿੱਚ ਚੱਲ ਕੇ ਪੂਰੇ ਭਰੋਸੇ ਅਤੇ ਵਿਸ਼ਵਾਸ ਨਾਲ ਇੱਕ ਦੇ ਲੜ ਲੱਗ ਕੇ ਆਪਣੇ ਗ੍ਰਸਤ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ, ਨਿਰਮਲ ਕਰਮ ਕਰਦੇ ਹੋਏ, ਹਮੇਸ਼ਾ ਪ੍ਰਭੂ ਦੀ ਯਾਦ ਵਿੱਚ ਚਿੱਤ ਜੋੜ ਕੇ, ਵਿਕਾਰਾਂ ਤੋਂ ਮਨ ਮੋੜ ਕੇ, ਆਪਾ ਸਮਰਪਣ ਕਰਕੇ ਗੁਰੂ ਦੇ ਪ੍ਰਸਾਦ, ਗੁਰੂ ਦੀ ਕਿਰਪਾ ਦਾ ਪਾਤਰ ਬਣ ਸਕਦਾ ਹੈ। ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹ ਬ੍ਰਹਮ ਗਿਆਨੀ, ਸਾਧੂ, ਸੰਤ ਦਾ ਰੁਤਬਾ ਪ੍ਰਾਪਤ ਕਰ ਲੈਂਦੇ ਹਨ। ਹੁਣ ਉਹ ਵੀ ਦੂਜਿਆਂ ਉੱਪਰ ਤਰਸ ਕਰ ਸਕਦੇ ਹਨ, ਦਇਆ ਕਰ ਸਕਦੇ ਹਨ, ਕਿਰਪਾ ਕਰ ਸਕਦੇ ਹਨ। ਇਹ ਪਰਉਪਕਾਰ ਹੈ। ਹੁਣ ਤੁਸੀਂ ਵੀ ਇਸ ਅਵਸਥਾ ਤੱਕ ਪਹੁੰਚ ਸਕਦੇ ਹੋ ਅਤੇ ਦੂਜਿਆਂ ਉੱਪਰ ਪਰਉਪਕਾਰ ਕਰ ਸਕਦੇ ਹੋ, ਦੂਜਿਆਂ ਦੀ, ਲੋੜਵੰਦਾਂ ਦੀ ਮਦਦ ਕਰ ਸਕਦੇ ਹੋ। ਇਹ ਪਰਉਪਕਾਰ ਦੀ ਭਾਵਨਾ, ਦਇਆ ਕਰਨੀ, ਤਰਸ ਕਰਨਾ ਹੀ ਗੁਰਪ੍ਰਸਾਦ ਹੈ। ਸੋ ਅਖੀਰ ਵਿੱਚ ਬੇਨਤੀ ਹੈ ਕਿ ਅਸੀਂ ਸਾਰੇ ਹੌਲੀ ਹੌਲੀ ਮੂਲ ਮੰਤਰ ਵਿੱਚ ਦਿੱਤੇ ਇਹਨਾਂ 12 ਗੁਣਾਂ ਦਾ ਅਭਿਆਸ ਕਰੀਏ ਅਤੇ ਸਚਿਆਰ ਮਨੁੱਖ ਬਣਨ ਦਾ ਯਤਨ ਕਰਦੇ ਹੋਏ ਸੁਰਖਰੂ ਹੋ ਕੇ ਇਸ ਸੰਸਾਰ ਤੋਂ ਵਿਦਾ ਲਈਏ। ਸੋ ਇਹ ਸਨ ਕੁਝ ਨਿਮਾਣੇ ਜਿਹੇ ਵਿਚਾਰ। ਉਮੀਦ ਹੈ ਕਿ ਆਪ ਲਾਹਾ ਲੈ ਸਕੋਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਭਲੀ ਕਰੇ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।